कंटिन्यू करते हैं जी। अगला प्रश्न है द अशोका मेजर रॉक एडिक्ट्स विच टेल अस अबाउट द संगम किंगडम इनकलूड रॉक एडिक्ट्स ऑफ ਵੀ ਉਹ ਕਿਹੜੇ ਅਸ਼ੋਕਾ ਦੇ ਸ਼ਿਲਾਲੇਖ ਸੀ ਜਿਹੜੇ ਸਾਨੂੰ ਸੰਗਮ ਕਿੰਗਡਮ ਬਾਰੇ ਦੱਸਦੇ ਆ। ਇਹ ਥੋੜਾ ਫੈਕਚੁਅਲ ਪ੍ਰਸ਼ਨ ਹੋ ਗਿਆ ਤੇ ਤੁਸੀਂ ਨਹੀਂ ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਆਉਂਦਾ ਕਰ ਦਿਓ, ਨਹੀਂ ਤਾਂ ਸਕਿਪ ਕਰਨਾ ਆ, ਤੁੱਕਾ ਨਹੀਂ ਮਾਰਨਾ। ਇਹਦਾ ਆਨਸਰ ਹੈ ਜੀ ਸੀ, ਦੂਜਾ ਤੇ 13ਵਾਂ। ਦੇਖੋ ਜੀ ਇੱਥੇ ਮੈਂ ਨਾ ਅੰਗਰੇਜ਼ੀ ਵਿੱਚ ਲਿਖੇ ਆ ਪ੍ਰਸ਼ਨ, ਪੰਜਾਬੀ ਵਿੱਚ ਮੈਂ ਤਾਂ ਨਹੀਂ ਲਿਖੇ ਕਿਉਂਕਿ ਐਗਜ਼ਾਮ ਵਿੱਚ ਅੰਗਰੇਜ਼ੀ ਤੇ ਹਿੰਦੀ ਵਿੱਚ ਹੀ ਆਉਣੇ ਆ ਪ੍ਰਸ਼ਨ, ਤੇ ਇਸ ਕਰਕੇ ਮੈਂ ਅੰਗਰੇਜ਼ੀ ਵਿੱਚ ਪ੍ਰਸ਼ਨ ਲਿਖੇ ਆ। ਕੋਸ਼ਿਸ਼ ਕਰਿਓ ਅੰਗਰੇਜ਼ੀ ਵਿੱਚ ਸਮਝਣ ਦੀ, ਜੇ ਨਹੀਂ ਸਮਝ ਲੱਗਦੀ ਤਾਂ ਪੇਪਰ ਵਿੱਚ ਹਿੰਦੀ ਵਿੱਚ ਵੀ ਦਿੱਤੇ ਹੋਣੇ ਆ। ਦੂਜਾ ਤੇ 13ਵਾਂ ਚਟਾਨਾਂ ਦੇ ਹੁਕਮਾਂ ਵਿੱਚ, ਚਟਾਨਾਂ ਦੇ ਹੁਕਮ ਮਤਲਬ ਚਟਾਨਾਂ ਉੱਤੇ ਰਾਜੇ ਨੇ ਅਸ਼ੋਕ ਨੇ ਆਪਣੇ ਹੁਕਮ ਅੰਕੁਰਿਤ ਕੀਤੇ ਸੀ ਜੀ, ਲਿਖਵਾਏ ਸੀ। ਉਸ ਵਿੱਚ ਲਿਖਿਆ ਜੀ ਚੋਲ, ਪਾਂਡਿਆ, ਸਤਿਆਪੁੱਤਰ, ਕੇਰਲ ਪੁੱਤਰ ਅਤੇ ਤੰਬਾਪਨੀ ਦੇ ਦੱਖਣੀ ਰਾਜਾਂ ਦਾ ਜ਼ਿਕਰ ਹੈ ਵੀ ਇਹ ਰਾਜ ਦੱਖਣ ਵੱਲ ਸੀਗੇ, ਇਹ ਅਸ਼ੋਕ ਦੇ ਰਾਜ ਵਿੱਚ ਸ਼ਾਮਿਲ ਨਹੀਂ ਸੀ। ਇਹ ਤਿੰਨ ਚਾਰ ਚੋਲ, ਪਾਂਡਿਆ, ਸਤਿਆਪੁੱਤਰ ਤੇ ਕੇਰਲ ਪੁੱਤਰ ਵਗੈਰਾ, ਇਹ ਕੀ ਆ ਦੱਖਣੀ ਰਾਜਾਂ ਦਾ ਜ਼ਿਕਰ ਹੈ ਦੂਜਾ ਤੇ 13ਵੀਂ ਚਟਾਨ ਵਿੱਚ। ਇਹ ਦੇਖੋ ਅਸੀਂ ਸਿਰਫ ਪ੍ਰਸ਼ਨ ਨਹੀਂ ਕਰਦੇ ਪਏ, ਅਸੀਂ ਆਪਣੀ ਤਿਆਰੀ ਵੀ ਕਰਦੇ ਪਏ ਹਾਂ। ਤੁਸੀਂ ਇਸ ਤਰ੍ਹਾਂ ਦੇ ਫੈਕਟ ਸਾਈਡ ਤੇ ਲਿਖ ਲੈਣੇ ਆ। ਅਗਲਾ ਦੇਖੋ ਜੀ ਵਿਚ ਆਫ ਦਾ ਫੋਲੋਇੰਗ ਪੇਅਰਸ ਆਰ ਕਰੈਕਟਲੀ ਮੈਚਡ, ਇਹਨਾਂ ਵਿੱਚੋਂ ਕਿਹੜੇ ਸਹੀ ਢੰਗ ਨਾਲ ਮੈਚ ਕੀਤੇ ਗਏ ਆ ਤੇ ਕਰੈਕਟ ਆਨਸਰ ਲੱਭੋ ਜੀ ਥੱਲੇ ਦਿੱਤੇ ਕੋਰਸ ਦੇ ਹਿਸਾਬ ਨਾਲ। ਮ੍ਰਿਛ ਕਟਿਕਮ ਸ਼ੂਦਰਕ ਨੇ ਲਿਖਿਆ ਸੀ, ਅਸੀਂ ਪੜ੍ਹਿਆ ਆ। ਦੇਖੋ ਇਹ ਪ੍ਰਸ਼ਨ ਰਿਪੀਟ ਹੋ ਰਿਹਾ ਬਾਰ-ਬਾਰ, ਰਾਈਟਰਸ ਵਾਲਾ ਪ੍ਰਸ਼ਨ ਰਿਪੀਟ ਹੋ ਰਿਹਾ। ਮ੍ਰਿਛ ਕਟਿਕਮ ਸ਼ੂਦਰਕ ਨੇ ਲਿਖਿਆ ਸੀ, ਸਹੀ ਹੈ ਜੀ। ਇਹਦਾ ਮਤਲਬ ਜਿੱਥੇ ਵਨ ਆ ਉਹ ਆਨਸਰ ਆ, ਵਨ ਇੱਥੇ ਵਨ ਹੈ ਨਹੀਂਗਾ, ਇਹਦਾ ਮਤਲਬ ਇਹਨੂੰ ਚੱਕ ਦੋ। 3 ਰਹਿ ਗਏ। ਬੁੱਧ ਚਰਿਤਾ ਵਸੁਬੰਧੂ ਨੇ ਲਿਖਿਆ, ਨਹੀਂ ਜੀ ਇਹ ਸਾਨੂੰ ਪਤਾ ਨਹੀਂ। ਬੁੱਧ ਚਰਿਤਾ ਕਿਹਨੇ ਲਿਖਿਆ ਸਾਨੂੰ ਨਹੀਂ ਪਤਾ। ਮੁਦਰਾ ਰਾਖਸ਼ ਵਿਸ਼ਾਖਦੱਤ ਨੇ ਲਿਖਿਆ, ਇਹ ਗੱਲ ਸਹੀ ਹੈ ਜੀ, ਵਿਸ਼ਾਖਦੱਤ ਨੇ ਮੁਦਰਾ ਰਾਖਸ਼ ਲਿਖਿਆ ਸੀ। ਤੇ ਦੇਵੀ ਚੰਦਰ ਗੁਪਤਮ ਵੀ ਲਿਖਿਆ ਸੀ ਇਸਨੇ। ਹਰਸ਼ ਦਾ ਦਰਬਾਰੀ ਕਵੀ ਬਾਣ ਭੱਟ ਨੇ ਹਰਸ਼ ਚਰਿਤਾ ਲਿਖੀ ਸੀ, ਇਹ ਵੀ ਸਹੀ ਹੈ। ਪਹਿਲਾ, ਤੀਜਾ ਤੇ ਚੌਥਾ ਤਾਂ ਸਹੀ ਹੈ ਜੀ, ਪਹਿਲਾ ਤੀਜਾ ਚੌਥਾ, ਇਹਦਾ ਮਤਲਬ ਸੀ ਵੀ ਚੱਕੋ। ਆਨਸਰ ਜਾਂ ਏ ਚੋਂ ਆ ਤੇ ਜਾਂ ਬੀ ਚੋਂ ਆ। ਠੀਕ, ਹੁਣ ਆ ਜਿਹੜਾ ਬੁੱਧ ਚਰਿਤਾ ਨਾ ਇਹ ਵਸੁਬੰਧੂ ਨੇ ਨਹੀਂ ਲਿਖਿਆ ਸੀਗਾ, ਦੂਜਾ ਵੀ ਗਲਤ ਹੋ ਗਿਆ। ਆ ਚੱਕੋ ਦੂਜਾ, ਇਹਦਾ ਮਤਲਬ ਬੀ ਆਨਸਰ ਆ। ਬੁੱਧ ਚਰਿਤਾ ਲਿਖਿਆ ਸੀ ਜੀ ਅਸ਼ਵ ਘੋਸ਼ ਨੇ, ਬੁੱਧ ਚਰਿਤ ਅਸ਼ਵ ਘੋਸ਼ ਦੁਆਰਾ ਲਿਖਿਆ ਗਿਆ ਸੀ। ਇਹ ਤੁਸੀਂ ਨੋਟ ਕਰ ਲੈਣਾ, ਬਾਕੀ ਵੀ ਆ ਸਾਰੇ ਨੋਟ ਕਰ ਲੈਣੇ ਕਿਹਨ ਕੀ ਲਿਖਿਆ ਸੀ, ਕਿਉਂਕਿ ਇਹ ਇੰਪੋਰਟੈਂਟ ਆ, ਇਹ ਪ੍ਰਸ਼ਨ ਬਾਰ-ਬਾਰ ਪੁੱਛੇ ਜਾ ਰਹੇ ਆ। ਅੱਗੇ ਦੇਖਦੇ ਜੀ ਵਾਟ ਇਜ਼ ਦਾ ਕਰੈਕਟ ਕ੍ਰੋਨੋਲੋਜੀਕਲ ਆਰਡਰ ਇਨ ਵਿਚ ਦਾ ਫੋਲੋਇੰਗ ਅਪੀਅਰਡ ਇਨ ਇੰਡੀਆ। ਦੱਸੋ ਜੀ ਕ੍ਰੋਨੋਲੋਜੀਕਲ ਹੁੰਦਾ ਵੀ ਸਮੇਂ ਦੇ ਹਿਸਾਬ ਨਾਲ ਪਹਿਲਾਂ ਕਿਹੜਾ ਆਇਆ, ਉਸ ਤੋਂ ਬਾਅਦ ਕੀ ਆਇਆ, ਉਸ ਤੋਂ ਬਾਅਦ ਕੀ ਆਇਆ। ਗੋਲਡ ਕੋਇਨ ਸੋਨੇ ਦੇ ਸਿੱਕੇ, ਪੰਚ ਮਾਰਕਡ ਸਿਲਵਰ ਕੋਇਨਸ ਚਾਂਦੀ ਦੇ ਸਿੱਕੇ ਜਿਨ੍ਹਾਂ ਉੱਤੇ ਪੰਚ ਕਰਕੇ ਨਾ ਕੁਛ ਨਿਸ਼ਾਨ ਮੱਥਿਆ ਹੁੰਦਾ ਸੀ। ਆਇਰਨ ਪਲੋ ਲੋਹੇ ਦਾ ਹਲ ਤੇ ਅਰਬਨ ਕਲਚਰ ਹਨਾ ਸ਼ਹਿਰੀ ਸੱਭਿਅਤਾ। ਕਰੈਕਟ ਆਨਸਰ ਲੱਭਣਾ ਜੀ। ਇਹ ਸਾਨੂੰ ਪਤਾ ਜੀ ਕਿ ਅਰਬਨ ਕਲਚਰ ਨਾ ਭਾਰਤ ਵਿੱਚ ਬਹੁਤ ਸਮੇਂ ਪਹਿਲੇ ਆ ਗਿਆ ਸੀ ਜੀ, ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਪਹਿਲਾਂ ਆ ਕੇ ਵਸ ਚੁੱਕੇ ਸੀ। ਤਾਂ ਇਹ ਵੀ ਪਤਾ ਆ ਕਿ ਇਹਨਾਂ ਨੂੰ ਆਇਰਨ ਦੀ ਨੌਲੇਜ ਨਹੀਂ ਸੀ, ਇਹ ਪਹਿਲਾਂ ਤੁਹਾਡੇ ਤਾਂਬੇ ਦੇ ਯੁੱਗ ਵਿੱਚ ਸੀਗੇ ਜੀ, ਇਹ ਚਾਲਕੋਲਿਥਿਕ ਫੇਸ ਵਿੱਚ। ਆਇਰਨ ਲੋਹਾ ਬਾਅਦ ਚੋਂ ਆਇਆ, ਇਹਦਾ ਮਤਲਬ ਚੌਥਾ ਪਹਿਲਾਂ ਆ, ਤੀਜਾ ਬਾਅਦ ਵਿੱਚ ਆ। ਠੀਕ ਆ ਜੀ, ਤਾਂ ਪ੍ਰੋਪਰ ਪੰਜ ਮਾਰਕ ਸਿੱਕੇ ਵੀ ਬਾਅਦ ਵਿੱਚ ਆਏ, ਉਸ ਤੋਂ ਬਾਅਦ ਸਿੱਕੇ ਆਏ, ਤਾਂ ਸਿੱਕਿਆਂ ਵਿੱਚ ਸੋਨੇ ਦੇ ਸਿੱਕੇ ਉਸ ਤੋਂ ਬਾਅਦ ਵੀ ਆਏ। ਇਹਦਾ ਮਤਲਬ ਚੌਥਾ ਪਹਿਲਾ ਆ, ਤੀਜਾ ਫਿਰ ਦੂਜਾ ਫਿਰ ਪਹਿਲਾ। ਕਰੈਕਟ ਆਨਸਰ ਦੇਖ ਲਓ ਜੀ, ਆ ਡੀ ਆਨਸਰ ਆ ਜੀ, ਚੌਥਾ ਤੀਜਾ ਦੂਜਾ ਤੇ ਪਹਿਲਾ। ਇਹ ਤੁਸੀਂ ਸਮਝ ਲੈਣਾ, ਅਸੀਂ ਹੁਣ ਇਹਨੂੰ ਪੜ੍ਹ ਵੀ ਲੈਂਦੇ ਹਾਂ। ਭਾਰਤ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ 2500 ਤੋਂ 2000 ਈਸਵੀ ਪੂਰਬ ਵਿਚਕਾਰ ਸ਼ਹਿਰੀਕਰਨ ਦੇ ਪਹਿਲੇ ਚਿੰਨ੍ਹ ਪ੍ਰਗਟ ਕਰਦੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਮਤਲਬ ਸ਼ਹਿਰੀਕਰਨ ਹੋ ਚੁੱਕਾ ਸੀ ਲਗਭਗ 3000 ਸਾਲ ਪਹਿਲਾਂ। ਠੀਕ ਹੈ ਜੀ, ਖੋਜਕਰਤਾਵਾਂ ਦੇ ਅਨੁਸਾਰ ਇਹ ਇੱਕ ਕਠੋਰ ਤੱਥ ਹੈ ਕਿ, ਕਠੋਰ ਮਤਲਬ ਕਿ ਸੋਲਿਡ ਫੈਕਟ ਹੈ
ਇਹ ਗੱਲ ਬਿਲਕੁਲ ਸਹੀ ਹੈ ਕਿ ਲੋਹੇ ਦੇ ਹਲ ਦਾ ਸਭ ਤੋਂ ਪਹਿਲਾ ਜਾਣਿਆ ਜਾਣ ਵਾਲਾ ਨਮੂਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਗਨਵਾਰੀਆਂ ਤੋਂ ਮਿਲਦਾ ਹੈ ਅਤੇ ਇਸ ਦੀਆਂ ਤਾਰੀਖਾਂ ਕੀ ਸੀ 700 BC ਈਸਾ ਤੋਂ 700 ਸਾਲ ਪਹਿਲਾਂ। ਇਹ ਤੁਸੀਂ ਸਿੱਧਾ ਇੰਨਾ ਕਰ ਲਓ ਮਨ ਵਿੱਚ ਕਿ ਸਿੰਧੂ ਘਾਟੀ ਦੇ ਲੋਕਾਂ ਤੋਂ ਬਾਅਦ ਆਏ ਸੀ ਆਰੀਅਨ, ਤੇ ਆਰੀਅਨ ਲੋਹੇ ਨੂੰ ਵਰਤਣਾ ਜਾਣਦੇ ਸੀ। ਠੀਕ ਹੈ ਜੀ, ਆ ਵੀ ਥੋੜਾ ਪੜ੍ਹ ਲਓ ਜੀ। ਗੋਰਖਪੁਰ ਤੋਂ ਲਾਗੇ ਨਮੂਨਾ ਮਿਲਦਾ ਜੀ ਜਿੱਥੇ ਲੋਹੇ ਦੇ ਸਬੂਤ ਮਿਲਦੇ ਆ, ਉਹ ਸੀ 700 BC ਦੇ ਕਰੀਬ। ਹੁਣ ਸਿੱਕਿਆਂ ਦੀ ਗੱਲ ਕਰ ਲੈਂਦੇ ਆ। ਪਹਿਲਾ ਦਸਤਾਵੇਜ਼ੀ ਸਿੱਕਾ 7ਵੀਂ 6ਵੀਂ ਸਦੀ ਈਸਵੀ ਪੂਰਵ ਅਤੇ ਪਹਿਲੀ ਸਦੀ ਈਸਵੀ ਵਿੱਚ ਇੰਡੋ-ਗ੍ਰੀਕਾਂ ਦੇ ਦੁਆਰਾ ਮਿਲਦਾ ਆ। ਭਾਰਤੀ, ਗ੍ਰੀਕ, ਯੂਨਾਨੀ ਜਿਨ੍ਹਾਂ ਨੇ 200 ਈਸਾ ਪੂਰਵ ਦੇ ਆਸ-ਪਾਸ ਉੱਤਰ ਪੱਛਮੀ ਭਾਰਤ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕੀਤਾ ਸੀ। ਤਾਂ ਪਹਿਲਾ ਪੰਜ ਮਾਰਕ ਜਿਹੜੇ ਹੈ ਤੁਹਾਡੇ ਸਿੱਕੇ, ਉਹ ਕਿਹਨਾਂ ਦੇ ਰਾਜ ਵਿੱਚ ਮਿਲਦੇ ਆ? ਇੰਡੋ ਗ੍ਰੀਕ ਈਸਾ ਤੋਂ 200 ਸਾਲ ਪਹਿਲਾਂ। ਠੀਕ ਹੈ ਜੀ, 200 ਸਾਲ ਪਹਿਲਾਂ। ਇਹ ਵੀ ਇੰਪੋਰਟੈਂਟ ਪੁਆਇੰਟ ਹੈ ਜੀ। ਪੰਜ ਮਾਰਕ ਕੋਇਨਸ ਸਿੱਕੇ ਕਿਹਨਾਂ ਦੇ ਆ? ਇੰਡੋ ਗ੍ਰੀਕੀਆਂ ਦੇ। ਉਹਨਾਂ ਨੇ ਕੁਸ਼ਾਨਾਂ ਤੋਂ ਪਹਿਲਾਂ ਭਾਰਤ ਵਿੱਚ ਸ਼ੁੱਧ ਸੋਨੇ ਦੇ ਸਿੱਕੇ ਬਣੇ ਵੀ ਪੇਸ਼ ਕੀਤੇ। ਠੀਕ ਹੈ ਨਾ, ਇਹਨਾਂ ਨੇ ਬਾਅਦ ਵਿੱਚ ਫਿਰ ਹੀ ਸੋਨੇ ਦੇ ਸਿੱਕੇ ਵੀ ਬਣਾ ਲਏ। ਤਾਂ ਆਨਸਰ ਕੀ ਹੋ ਗਿਆ? ਪਹਿਲਾ, ਚੌਥਾ, ਤੀਜਾ, ਦੂਜਾ ਤੇ ਪਹਿਲਾ। ਓਕੇ, ਅੱਗੇ ਦੇਖੋ ਜੀ। ਆਹ ਇੱਕ ਗੱਲ ਕਹੀ ਆ, ਆਹ ਉਹਦਾ ਰੀਜ਼ਨ ਦੱਸਿਆ ਆ, ਤਾਂ ਤੁਸੀਂ ਦੱਸਣਾ ਆ ਕਿ ਦੋਨੋਂ ਗੱਲਾਂ ਸਹੀ ਆ ਕਿ ਇੱਕ ਗੱਲ ਸਹੀ ਆ, ਹਨਾ। ਆ ਜੋ ABCD ਅਸੀਂ ਉਸ ਹਿਸਾਬ ਨਾਲ ਆਨਸਰ ਚੱਕਣਾ ਆ। ਅਕੋਰਡਿੰਗ ਟੂ ਅਸ਼ੋਕਾਸ ਐਡਿਕਟ, ਜਿਹੜੇ ਅਸ਼ੋਕ ਦੇ ਸਿਲਾਲੇਖ ਸੀ, ਸੋਸ਼ਲ ਹਾਰਮੋਨੀ ਅਮੰਗ ਦਾ ਪੀਪਲ ਵਾਜ਼ ਮੋਰ ਇੰਪੋਰਟੈਂਟ ਦੈਨ ਰਿਲੀਜੀਅਸ ਡਿਵੋਸ਼ਨ। ਉਹ ਕਹਿੰਦਾ ਧਾਰਮਿਕ ਤੁਹਾਡੇ ਜਿਹੜੀ ਹੈਗੇ ਆ ਸਮਰਪਣ, ਉਸ ਤੋਂ ਜ਼ਿਆਦਾ ਆਪਸੀ ਸਮਾਜਿਕ ਭਾਈਚਾਰਾ ਜ਼ਿਆਦਾ ਇੰਪੋਰਟੈਂਟ ਆ, ਜ਼ਿਆਦਾ ਜ਼ਰੂਰੀ ਆ। ਅਸ਼ੋਕਾ ਨੇ ਆਪਣੇ ਸ਼ਿਲਾਲੇਖਾਂ ਵਿੱਚ ਇਹ ਗੱਲ ਕਹੀ ਸੀ, ਬਿਲਕੁਲ ਕਹੀ ਸੀ ਜੀ। ਠੀਕ ਹੈ ਜੀ। ਹੀ ਸਪਰੈਡ ਆਈਡੀਆਜ਼ ਆਫ ਇਕੁਇਟੀ ਇੰਸਟੈਡ ਆਫ ਪ੍ਰਮੋਸ਼ਨ ਆਫ ਰਿਲੀਜਨ। ਤਾਂ ਇਸ ਲਈ ਉਸਨੇ ਕੀ ਆ? ਬਰਾਬਰਤਾ ਦਾ ਸੰਦੇਸ਼ ਦਿੱਤਾ, ਧਰਮ ਦੀ ਪ੍ਰਮੋਸ਼ਨ ਨਹੀਂ ਕੀਤੀ। ਧਰਮ ਦੀ ਪ੍ਰਮੋਸ਼ਨ ਕਰਨ ਦੀ ਬਜਾਏ ਬਰਾਬਰਤਾ ਦਾ ਸੰਦੇਸ਼ ਦਿੱਤਾ। ਇੱਥੇ ਅਸੀਂ ਗੱਲ ਰੱਖਣੀ ਆ ਮਾਈਂਡ ਵਿੱਚ ਕਿ ਅਸ਼ੋਕਾ ਦੇ ਜਿਹੜੇ ਐਡਿਕਟ ਸੀ ਨਾ, ਸ਼ਿਲਾਲੇਖ ਸੀ, ਉਹਦੇ ਵਿੱਚ ਉਹਦਾ ਆਪਣੇ ਧਰਮ ਦਾ ਪ੍ਰਚਾਰ ਸੀ, ਉਹਦੇ ਖੁਦ ਦਾ ਧੰਮ ਜੋ ਜਿਸਨੂੰ ਉਹ ਅਹਿਮੀਅਤ ਦਿੰਦਾ ਸੀ। ਠੀਕ ਹੈ ਨਾ, ਬੁੱਧ ਧਰਮ ਤੋਂ ਉਹ ਪ੍ਰਭਾਵਿਤ ਸੀ, ਪਰ ਉਸਨੇ ਬੁੱਧ ਧਰਮ ਦੇ ਪ੍ਰਚਾਰ ਲਈ ਨਹੀਂ ਗੱਲਾਂ ਲਿਖੀਆਂ। ਉਸਨੇ ਆਪਣਾ ਜਿਹੜਾ ਉਹਦਾ ਧੰਮ ਸੀ ਨਾ, ਪਰਸਨਲ, ਉਸ ਦੇ ਹਿਸਾਬ ਨਾਲ ਗੱਲਾਂ ਲਿਖੀਆਂ ਜਿਸ ਵਿੱਚ ਸਮਾਜਿਕ ਬਰਾਬਰੀ ਜ਼ਿਆਦਾ ਅਹਿਮੀਅਤ ਸੀ। ਇਹ ਵੀ ਗੱਲ ਸਹੀ ਹੈ ਜੀ। ਹੁਣ ਪੜ੍ਹਦੇ ਹਾਂ। ਆਹ ਵੀ ਗੱਲ ਸਹੀ ਆ, ਤੇ ਉਹਦਾ ਰੀਜ਼ਨ ਆ ਜੀ। ਹੀ ਸਪਰੈਡ ਆਈਡੀਆਜ਼ ਆਫ ਇਕੁਇਟੀ ਇੰਸਟੈਡ ਆਫ ਪ੍ਰਮੋਸ਼ਨ ਆਫ ਰਿਲੀਜਨ। ਠੀਕ ਹੈ ਨਾ, ਦੇਖਦੇ ਹਾਂ ਜੀ। both A and R are true but R is correct explanation of A। ਕਿ R ਰੀਜ਼ਨ ਜਿਹੜਾ ਆ ਉਹ A ਦਾ correct explanation ਹੈ। ਬੇਸਿਕਲੀ R true ਆ ਤੇ A ਹੈ ਜੀ ਐਕਸਪਲੇਨੇਸ਼ਨ, ਜੇ ਦੇਖਿਆ ਜਾਵੇ ਤਾਂ ਹੈ ਦੋਨੋਂ true, ਪਰ B ਵਾਲੇ ਦਾ ਕਾਰਨ ਆ ਜੀ, ਨਾ ਕਿ A ਵਾਲੇ ਦਾ ਕਾਰਨ B ਆ। ਇਸ ਲਈ both A and R are true but R is not a correct explanation of A। ਇਹ ਜ਼ਿਆਦਾ ਟੁਕਮਾ ਲੱਗਦਾ ਜੀ ਮੈਨੂੰ। ਬਾਕੀ ਤੁਸੀਂ ਇਹਨਾਂ ਦੋਵਾਂ ਵਿੱਚੋਂ ਦੇਖਣਾ, ਦੋਵਾਂ ਵਿੱਚੋਂ ਇੱਕ ਆਨਸਰ ਆ। ਸਟੇਟਮੈਂਟ ਆ ਦੋਨੋਂ ਸਹੀ ਆ। ਓਕੇ ਜੀ, ਇਹ ਵੀ ਗੱਲ ਹੈ ਜੀ। ਠੀਕ ਹੈ, ਇਸ ਲਈ ਉਸਨੇ ਆਪਣੇ ਪਿੱਲਰਾਂ ਤੇ ਬਰਾਬਰਤਾ ਦਾ ਜ਼ੋਰ ਦਿੱਤਾ। ਇਹ ਆਨਸਰ ਦੀ ਜ਼ਿਆਦਾ ਸੰਭਾਵਨਾ ਆ। ਚਲੋ ਠੀਕ ਆ, ਮੰਨ ਲੈਂਦੇ ਆ। ਆਹ ਦੇਖੋ ਜੀ, ਵਿਚ ਆਫ ਦਾ ਫੋਲੋਇੰਗ ਪੇਅਰਸ ਆਰ ਕਰੈਕਟਲੀ ਮੈਚਡ। ਇਹਨਾਂ ਵਿੱਚੋਂ ਕਿਹੜੇ ਕਰੈਕਟਲੀ ਮੈਚ ਹੈਗੇ ਆ? ਸਿਲੈਕਟ ਦਾ ਕਰੈਕਟ ਆਨਸਰ ਯੂਜ਼ਿੰਗ ਦਾ ਕੋਰਸ ਗਿਵਨ ਬਿਲੋ। ਦੇਖਦੇ ਹਾਂ ਜੀ। ਲੋਥਲ ਇੱਕ ਜਗ੍ਹਾ ਆ, ਉੱਥੇ ਏਸ਼ੀਅੰਟ ਡੌਕ ਯਾਰਡ ਆ। ਡੌਕ ਯਾਰਡ ਹੁੰਦਾ ਜੀ ਬੰਦਰਗਾਹ, ਜਿੱਥੇ ਜਹਾਜ਼ ਆਉਂਦੇ ਜਾਂਦੇ ਤੇ ਜਹਾਜ਼ ਇੱਕ ਪਾਸੇ ਠਹਿਰਦੇ ਆ, ਉਹਨੂੰ ਕਹਿੰਦੇ ਡੌਕ ਯਾਰਡ। ਇਹ ਅਸੀਂ ਪੜ੍ਹਿਆ ਜੀ ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਕਿ ਲੋਥਲ ਜਿਹੜਾ ਸਥਾਨ ਸੀ, ਉਹ ਉੱਥੇ ਸਮੁੰਦਰੀ ਜਹਾਜ਼ ਆਉਂਦੇ ਜਾਂਦੇ ਸੀ। ਇਹ ਤਾਂ ਸਹੀ ਹੈ ਜੀ। ਸਾਰਨਾਥ ਫਸਟ ਸਰਮਨ ਆਫ ਬੁੱਧਾ ਨੇ ਆਪਣਾ ਪਹਿਲਾ ਸੰਦੇਸ਼ ਕਿੱਥੇ ਦਿੱਤਾ ਸੀ? ਸਾਰਨਾਥ ਵਿਖੇ। ਇਹ ਵੀ ਸਹੀ ਹੈ। ਰਾਜਗੀਰ ਲਾਇਨ ਕੈਪੀਟਲ ਆਫ ਅਸ਼ੋਕਾ ਦੀ ਲਾਇਨ ਕੈਪੀਟਲ, ਜਿੱਥੋਂ ਆਪਾਂ ਨਾ ਥੰਮ ਲਿਆ ਨਹੀਂ, ਆਪਣਾ ਥੰਮ ਦੇ ਉੱਤੇ 4 ਸ਼ੇਰਾਂ ਦੀ ਮੂਰਤੀ ਆ, ਤੇ ਉਹਦੀ ਫੋਟੋ ਅਸੀਂ ਸੱਤਿਅਮੇਵ ਜਯਤੇ ਵਿੱਚ ਲਈ ਆ। ਠੀਕ ਆ,
ਤੇ ਉੱਥੇ ਹੈ ਜੀ ਲਾਇਨ ਕੈਪੀਟਲ, ਤੇ ਉਹ ਲਾਇਨ ਕੈਪੀਟਲ ਰਾਜਗੀਰ ਵਿੱਚ ਨਹੀਂ ਆ, ਉਹ ਸਾਰਨਾਥ ਵਿੱਚ ਆ। ਠੀਕ ਹੈ ਜੀ, ਇਸ ਕਰਕੇ ਆਹ ਪੁਆਇੰਟ ਹੋ ਗਿਆ ਗਲਤ। ਤਾਂ ਤੀਸਰਾ ਚੱਕ ਦਿਓ ਜੀ, ਜਿੱਥੇ ਜਿੱਥੇ ਤੀਸਰਾ ਹੈਗਾ ਆ ਵੀ ਹੈਗਾ ਤੀਸਰਾ, ਆ ਵੀ ਹੈਗਾ ਤੀਸਰਾ, ਇਹਦਾ ਮਤਲਬ ਆ ਏ ਤੇ ਬੀ ਚੱਕੇ ਗਏ। ਆਂਸਰ ਇਹਨਾਂ ਦੋਵਾਂ ਵਿੱਚੋਂ ਜੀ ਪਹਿਲਾ, ਦੂਜਾ ਤੇ ਚੌਥਾ। ਹੁਣ ਆਪਾਂ ਚੌਥੀ ਸਟੇਟਮੈਂਟ ਪੜ੍ਹ ਲੈਂਦੇ ਹਾਂ। ਨਾਲੰਦਾ ਗ੍ਰੇਟ ਸੀਟ ਆਫ ਬੁੱਧਿਸਟ ਲਰਨਿੰਗ, ਇਹ ਸਹੀ ਹੈ ਜੀ। ਨਾਲੰਦਾ ਵਿੱਚ ਨਾਲੰਦਾ ਯੂਨੀਵਰਸਿਟੀ ਸੀ ਜਿੱਥੇ ਬੁੱਧ ਦੀਆਂ ਟੀਚਿੰਗਸ ਪੜ੍ਹਾਈਆਂ ਜਾਂਦੀਆਂ ਸੀ। ਬੁੱਧਿਸਟ ਲਰਨਿੰਗ ਦਾ ਗ੍ਰੇਟ ਸੀਟ ਸੀ। ਚੌਥਾ ਵੀ ਸਹੀ ਆ, ਆਂਸਰ ਹੋ ਗਿਆ ਸਾਡਾ ਫਿਰ ਸੀ। ਅਗਲਾ ਪ੍ਰਸ਼ਨ, ਵਿਚ ਵਨ ਆਫ ਦ ਫੋਲੋਇੰਗ ਏਸ਼ੀਅੰਟ ਇੰਡੀਅਨ ਰਿਕਾਰਡਸ ਇਜ਼ ਦ अर्लीस्ट royal order to preserve food grains to be utilized during the crisis in the country। ਜੇ ਦੇਸ਼ ਵਿੱਚ ਕੁਛ ਅਕਾਲ ਪੈ ਗਿਆ, ਸੋਖਾ ਪੈ ਗਿਆ, ਤੇ ਉਸ ਸਮੇਂ ਅਨਾਜ ਨੂੰ ਹੈ ਨਾ ਕਿਸ ਤਰ੍ਹਾਂ ਆਪਾਂ ਯੂਜ਼ ਕਰਨਾ ਆ, ਹੈ ਨਾ, ਇਸ ਕਰਕੇ ਪਹਿਲਾਂ ਤੋਂ ਹੀ ਅਨਾਜ ਨੂੰ ਸੰਭਾਲ ਕੇ ਰੱਖੋ। ਵੀ ਉਹ ਇਸ ਤਰ੍ਹਾਂ ਦਾ ਕਿਹੜਾ ਰਿਕਾਰਡ ਆ ਜਿੱਥੇ ਉਹ ਕਿੱਥੇ ਲਿਖਿਆ ਗਿਆ ਆ ਕਿ ਜਿੱਥੇ ਸ਼ਾਹੀ ਫਰਮਾਨ ਦਿੱਤਾ ਗਿਆ ਸੀ ਕੀ ਕਰਨ ਲਈ ਕਿ ਅਸੀਂ ਅਨਾਜ ਨੂੰ ਸੰਭਾਲ ਕੇ ਰੱਖਣਾ ਆ, ਤਾਂ ਕਿ ਜਦੋਂ ਸੋਕਾ ਵਗੈਰਾ ਪੈ ਜਾਏ, ਅਕਾਲ ਵਗੈਰਾ ਪੈ ਜਾਏ, ਕ੍ਰਾਈਸਿਸ ਵਾਲੀ ਸਿਚੁਏਸ਼ਨ ਆ ਜਾਏ, ਆਪਦਾ ਵਾਲੀ ਸਿਚੁਏਸ਼ਨ ਆ ਜਾਏ, ਉਸ ਵੇਲੇ ਅਸੀਂ ਇਹ ਸਟੋਰ ਕੀਤਾ ਹੋਇਆ ਅਨਾਜ ਯੂਜ਼ ਕਰ ਸਕਾਂਗੇ। ਠੀਕ ਹੈ ਜੀ, ਇਹ ਆਂਸਰ ਹੈ ਜੀ ਫੈਕਚੁਅਲ ਪ੍ਰਸ਼ਨ ਆ, ਇਹ ਤੁਸੀਂ ਯਾਦ ਕਰ ਲੈਣਾ। ਸ਼ਾਹ ਗੌਰਾ ਕਾਪਰ ਪਲੇਟ, ਸ਼ੋ ਗੌਰਾ ਕਾਪਰ ਪਲੇਟ, ਕਾਪਰ ਹੋ ਗਿਆ ਤਾਂਬਾ। ਦੇਖੋ ਜ਼ਿਆਦਾਤਰ ਸ਼ਿਲਾਲੇਖ ਮਿਲੇ ਆ ਅਸ਼ੋਕਾ ਦੇ ਟਾਈਮ ਵਿੱਚ, ਤੇ ਅਸ਼ੋਕਾ ਤੋਂ ਪਹਿਲਾਂ ਦੇ ਸ਼ਿਲਾਲੇਖ ਘੱਟ ਮਿਲੇ ਆ, ਪਰ ਅਸ਼ੋਕਾ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਸ਼ਿਲਾਲੇਖ ਆ, ਉਹ ਹੈ ਜੀ ਸ਼ੌਗੌਰਾ, 'ਚ ਮਿਲਿਆ ਗਿਆ ਤਾਂਬੇ ਦਾ ਕਾਪਰ ਦਾ ਪਲੇਟ। ਠੀਕ ਹੈ ਜੀ, ਉੱਥੇ ਗੱਲਾਂ ਲਿਖੀਆਂ ਜੀ, ਉੱਥੇ ਇਹ ਲਿਖਿਆ ਗਿਆ ਕਿ ਅਨਾਜ ਨੂੰ ਸੰਭਾਲ ਕੇ ਰੱਖਣਾ। ਰਾਜਾ ਸੰਦੇਸ਼ ਦਿੰਦਾ ਆ ਕਿ ਅਨਾਜ ਨੂੰ ਸੰਭਾਲ ਕੇ ਰੱਖਣਾ ਤਾਂ ਕਿ ਅਕਾਲ ਪੈਣ 'ਤੇ, ਕ੍ਰਾਈਸਿਸ ਵਾਲੀ ਸਿਚੁਏਸ਼ਨ 'ਤੇ ਅਸੀਂ ਇਹਨਾਂ ਅਨਾਜ ਨੂੰ ਯੂਜ਼ ਕਰ ਸਕੀਏ। ਸੌਗੌੜਾ ਨਾਮਕ ਸਭ ਤੋਂ ਪੁਰਾਣੀ ਤਾਂਬੇ ਦੀ ਪਲੇਟ, ਇਹ ਤੁਹਾਡੇ ਈਸਟਰਨ ਯੂਪੀ ਦੀ ਗੱਲ ਹੋ ਰਹੀ ਹੈ ਜੀ। ਸੌਗੌੜਾ ਉੱਥੇ ਆ, ਉੱਥੇ ਮੌਰੀਆ ਰਿਕਾਰਡ ਹੈ ਜਿਸ ਵਿੱਚ ਅਕਾਲ ਰਾਹਤ ਯਤਨਾਂ ਦਾ ਜ਼ਿਕਰ ਹੈ। ਅਕਾਲ ਪੈ ਗਿਆ ਤਾਂ ਕਿਸ ਤਰ੍ਹਾਂ ਦੇ ਯਤਨ ਕਰਨੇ ਆ। ਇਹ ਭਾਰਤ ਵਿੱਚ ਅਸ਼ੋਕਾ ਤੋਂ ਪਹਿਲਾਂ ਦੇ ਬ੍ਰਹਮੀ ਸ਼ਿਲਾਲੇਖਾਂ ਵਿੱਚੋਂ ਇੱਕ ਹੈ, ਅਸ਼ੋਕਾ ਤੋਂ ਪਹਿਲਾਂ। ਠੀਕ ਹੈ, ਅਗਲਾ ਦੇਖਦੇ ਹਾਂ ਜੀ। ਦ ਕੰਸੈਪਟ ਆਫ 8-fold path forms the theme of ਅੱਠ ਸੂਤਰੀ ਰਸਤਾ। ਇਹ ਕਿਹੜੇ ਧਰਮ ਦੀ ਗੱਲ ਹੋਈ ਸੀ? ਏਸ਼ੀਅਨ ਹਿਸਟਰੀ ਵਿੱਚ ਅਸੀਂ ਪੜ੍ਹਿਆ ਕਿ ਬੁੱਧ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਗੱਲ ਆਉਂਦੀ ਹੈ ਜੀ 8 ਪੱਧਰੀ ਮਾਰਗ, ਇਹ ਅਪਣਾਉਣਾ ਜੀ ਤੁਸੀਂ। ਬੁੱਧ ਦੀਆਂ ਸਿੱਖਿਆਵਾਂ ਹੋ ਗਈਆਂ, 8 ਰੂਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣੇ ਆ। ਪਰ ਇੱਥੇ ਆਂਸਰ ਦੇਖੋ ਜੀ, ਬੁੱਧ ਜੈਨ ਨਹੀਂ ਲਿਖਿਆ, ਗੱਲ ਤਾਂ ਬੁੱਧ ਦੀ ਹੋ ਰਹੀ ਆ, ਤਾਂ ਬੁੱਧ ਦੀਆਂ ਅਲੱਗ-ਅਲੱਗ ਆ ਦੇਖੋ ਜੀ ਸ਼ਾਖਾਵਾਂ ਦੀ ਗੱਲ ਕਹਿ ਦਈਏ, ਜਾਂ ਆਪਾਂ ਕੁਛ ਲਿਟਰੇਚਰ ਦੀ ਗੱਲ ਕਹਿ ਦਈਏ, ਵੀ ਉਹ ਕਿਹਦਾ ਬੇਸ ਆ। ਦੀਪਵੰਸ, ਦਿਵਿਆ ਵਰਧਨਾ, ਮਹਾਪਰਿਨਿਰਵਾਣ, ਧੰਮ ਚੱਕਰ ਪਰਿਵਰਤਨ ਸੂਤਰ। ਠੀਕ ਹੈ ਨਾ, ਤੇ ਤੁਸੀਂ ਦੇਖੋਗੇ ਕਿ 8-fold ਪਾਥ ਆ, ਇਹਨੂੰ ਅਸੀਂ ਅਪਣਾ ਕੇ ਕੀ ਕਰਦੇ ਹਾਂ, ਆਪਣੇ ਜ਼ਿੰਦਗੀ ਦਾ ਧਰਮ ਦਾ ਚੱਕਰ ਜਿਹੜਾ ਆ ਉਹ ਆਪਾਂ ਚਲਾਉਣ ਲਾ ਦਿੰਦੇ ਹਾਂ। ਸਾਡਾ ਧਰਮ ਪਰਿਵਰਤਿਤ ਹੋ ਜਾਂਦਾ ਆ, ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਡਾਇਰੈਕਸ਼ਨ ਵਿੱਚ ਲੈ ਜਾਂਦੇ ਹਾਂ। ਤਾਂ ਇਹ ਹੈ ਜੀ ਧਰਮ ਚੱਕਰ ਪਰਿਵਰਤਨ ਸੂਤ। ਇਹਦਾ ਬੇਸਿਕ ਥੀਮ ਕਿਹੜਾ ਆ? 8-fold ਪਾਥ, ਵੀ 8 ਤਰ੍ਹਾਂ ਦੇ ਰੂਲ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ ਤਾਂ ਸਾਡੀ ਜ਼ਿੰਦਗੀ ਦਾ ਚੱਕਾ ਧਾਰਮਿਕ ਹੋ ਜਾਏਗਾ, ਸਹੀ ਡਾਇਰੈਕਸ਼ਨ ਵੱਲ ਚੱਲਣ ਲੱਗ ਜਾਏਗਾ, ਧਰਮ ਚੱਕਰ ਦਾ ਪਰਿਵਰਤਨ ਹੋ ਜਾਏਗਾ ਸਾਡਾ। ਆਹ ਦੇਖੋ ਜੀ 8 ਪੱਧਰੀ ਰੂਲ ਆ ਜੀ। ਇੱਕ ਪਹੀਆ ਆ, ਉਹਦੇ ਕਿੰਨੇ ਸਪੋਕ ਆ? 1 2 3 4 5 6 7 ਤੇ 8। ਕੀ ਆ ਜੀ? ਰਾਈਟ ਵਿਊ, ਨੋ ਦਾ ਟਰੁੱਥ, ਸੱਚਾਈ ਦਾ ਪਤਾ ਹੋਣਾ ਚਾਹੀਦਾ। ਰਾਈਟ ਇੰਟੈਂਸ਼ਨ, ਫਰੀ ਯੂਅਰ ਮਾਈਂਡ ਆਫ ਐਵਿਲ, ਤੁਹਾਡੇ ਮਨ ਵਿੱਚ ਬੁਰਾਈ ਨਹੀਂ ਹੋਣੀ ਚਾਹੀਦੀ, ਅੱਛਾਈ ਹੋਣੀ ਚਾਹੀਦੀ ਆ। ਰਾਈਟ ਸਪੀਚ, ਸਹੀ ਬੋਲਣਾ। ਸੇ ਨਥਿੰਗ ਡੈਟ ਹਰਟਸ ਅਦਰ, ਅਜਿਹਾ ਕੁਝ ਨਾ ਬੋਲੋ ਜਿਹੜਾ ਦੂਸਰੇ ਨੂੰ ਹਰਟ ਕਰਦਾ ਹੋਵੇ। ਰਾਈਟ ਐਕਸ਼ਨ, ਵਰਕ ਫॉर ਦ ਗੁੱਡ ਆਫ ਅਦਰਸ, ਇਸ ਤਰ੍ਹਾਂ ਦੇ ਕੰਮ ਕਰੋ, ਇਸ ਤਰ੍ਹਾਂ ਦੇ ਕਰਮ ਕਰੋ ਜਿਨ੍ਹਾਂ ਦੂਜੇ ਨੂੰ ਹਾਨੀ ਨਾ ਹੋਵੇ, ਉਹਨਾਂ ਦਾ ਗੁੱਡ ਹੋਵੇ। ਰਾਈਟ ਲਿਵਲੀਹੁੱਡ, ਰਿਸਪੈਕਟਫੁਲ ਲਾਈਫ। ਲਿਵਲੀਹੁੱਡ ਕੀ ਹੁੰਦਾ ਜੀ? ਆਪਣੀ ਰੋਜੀ ਰੋਟੀ ਕਮਾਉਣੀ, ਚੋਰੀ ਵਗੈਰਾ ਕਰਕੇ ਨਹੀਂ ਕਮਾਉਣੀ, ਆਪਣੇ ਹੱਕ ਦੀ, ਇਮਾਨਦਾਰੀ ਦੀ ਕਮਾਈ ਉਹ ਕਮਾਉਣੀ। ਰਾਈਟ ਐਫਰਟ, ਸਹੀ
उद्यम करने, बुराई नूं रोकना, राइट कंसंट्रेशन मतलब कंसंट्रेशन करनी, मैਡੀਟੇਸ਼ਨ करनी, राइट माइंडफुलनैस मतलब अपने मन ਦੇ ਵਿੱਚ ਗਲਤ ਵਿਚਾਰਾਂ ਤੇ ਕੰਟਰੋਲ ਕਰਨਾ, ਆਪਣੇ ਥਾਟਸ ਤੇ ਵਿਚਾਰਾਂ ਤੇ ਕੰਟਰੋਲ ਕਰਨਾ। ਠੀਕ ਹੈ ਜੀ, ਇਹ ਹੋ ਗਏ 8 ਮਾਰਗ ਆਪਣੇ ਜੀਵਨ ਨੂੰ ਸਹੀ ਰਾਹ ਤੇ ਚਲਾਉਣ ਲਈ, 8 ਤਰੀਕੇ। ਅੱਗੇ ਵਧਦੇ ਹਾਂ ਜੀ। ਦ ਗਿਵਨ ਮੈਪ ਰਿਲੇਟਸ ਟੂ, ਆ ਇੱਕ ਮੈਪ ਆ ਜੀ, ਤੁਸੀਂ ਪ੍ਰਾਚੀਨ ਇਤਿਹਾਸ ਪੜ੍ਹੋਗੇ ਤੇ ਅਸ਼ੋਕਾ ਦਾ, ਸਮੁੰਦਰ ਗੁਪਤ ਦਾ, ਤੁਹਾਡੇ ਗੁਪਤਾ ਕਾਲ ਦੇ, ਹਰਸ਼ਵਰਧਨ ਦੇ, ਕਨਿਸ਼ਕ ਦੇ, ਇਹਨਾਂ ਸਾਰਿਆਂ ਦੇ ਰਾਜਾਂ ਦੇ ਚਿੱਤਰ ਬਥੇ ਆ ਜੀ, ਵੀ ਇੰਨਾ ਇੰਨਾ ਉਹਨਾਂ ਦੇ ਅੰਦਰ ਰਾਜ ਸੀ। ਪੜ੍ਹਦੇ ਹਾਂ ਜੀ, ਆ ਕਿਹਦਾ ਰਾਜ ਆ ਸਾਰਾ, ਕਿਹਦਾ ਰਾਜ ਆ। ਕਨਿਸ਼ਕਾ ਐਟ ਦਾ ਟਾਈਮ ਆਫ ਹਿਸ ਡੈਥ, ਕਨਿਸ਼ਕ ਦੇ ਅੰਦਰ ਕਾਫੀ ਰਾਜ ਸੀਗਾ, ਪਰ ਸਾਊਥ ਵਾਲਾ ਉਹਨਾਂ ਰਾਜ ਨਹੀਂ ਸੀ, ਇਸ ਕਰਕੇ ਇਹ ਵਾਲਾ ਆਂਸਰ ਨਹੀਂ ਹੋਇਆ। ਸਮੁੰਦਰ ਗੁਪਤਾ ਆਫਟਰ ਦਾ ਕਲੋਜ਼ ਆਫ ਹਿਸ ਸਾਊਥ ਇੰਡੀਆ ਕੰਪੇਨ, ਸਮੁੰਦਰ ਗੁਪਤ ਦਾ ਰਾਜ ਇਹ ਹੋ ਸਕਦਾ ਕਿਉਂਕਿ ਸਮੁੰਦਰ ਗੁਪਤ ਦਾ ਰਾਜ ਬਹੁਤ ਵੱਡਾ ਸੀ, ਪਰ ਇੱਧਰ ਇੰਨਾ ਨਹੀਂ ਗਿਆ ਸੀ ਇਹ। ਅੰਪਾਇਰ ਆਫ ਥਾਨੇਸ਼ਵਰ ਔਨ ਦਾ ਈਵ ਆਫ ਹਰਸ਼ਾਸ ਐਕਸੈਸ਼ਨ, ਜਦੋਂ ਹਰਸ਼ਵਰਧਨ ਗੱਦੀ ਤੇ ਬੈਠਾ ਤਾਂ ਉਹਦੇ ਅੰਤਰਗਤ ਰਾਜ, ਇਹ ਤਾਂ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਦੇ ਅੰਤਰਗਤ ਰਾਜ ਇੰਨਾ ਜ਼ਿਆਦਾ ਨਹੀਂ ਸੀਗਾ, ਉਸਨੇ ਬਾਅਦ ਵਿੱਚ ਫਿਰ ਰਾਜ ਵਧਾਇਆ ਵੀ ਤਾਂ ਇੰਨਾ ਹੀ ਰਾਜ ਰਿਹਾ ਸੀਗਾ, ਕੋਈ ਜ਼ਿਆਦਾ ਵੱਡਾ ਨਹੀਂ ਹੋਇਆ ਸੀ ਉਹਦੇ ਰਾਜ। ਠੀਕ ਸੀ, ਕਾਫੀ ਸੀਗਾ, ਪਰ ਉਨਾ ਵੱਡਾ ਨਹੀਂ ਸੀ ਜਿੰਨਾ ਪਹਿਲਾਂ ਦੇ ਜ਼ਮਾਨੇ 'ਚ ਰਹੇ ਆ। ਠੀਕ ਹੈ ਜੀ। ਅੱਛਾ ਜੀ, ਅਸ਼ੋਕਾ ਟੁਵਾਰਡਸ ਕਲੋਜ਼ ਆਫ ਹਿਸ ਰੀਨ, ਇਹ ਹੈ ਜੀ, ਅਸ਼ੋਕਾ ਦਾ ਰਾਜ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀ ਅਸ਼ੋਕਾ, ਤੇ ਆਂਸਰ ਵੀ ਸੀ ਆ। ਤੇ ਦੂਸਰਾ ਤੁਸੀਂ ਇਹ ਵੀ ਯਾਦ ਰੱਖਣਾ ਕਿ ਅਸ਼ੋਕਾ ਦੀ ਐਡਿਕਟਸ ਵਿੱਚ, ਸ਼ਿਲਾਲੇਖਾਂ ਵਿੱਚ ਇਹ ਮੈਂਸ਼ਨ ਆ ਕਿ ਆਹ ਸਾਊਥ ਵਾਲਾ ਰਾਜ ਇਹਨਾਂ ਦੇ ਅੰਦਰ ਨਹੀਂ ਸੀ, ਆਹ ਸਾਊਥ ਵਾਲਾ ਏਰੀਆ ਇਹਨਾਂ ਦੇ ਅੰਦਰ ਨਹੀਂ ਸੀ, ਇਸ ਕਰਕੇ ਇਹ ਅਸ਼ੋਕਾ ਦਾ ਰਾਜ ਹੋ ਗਿਆ। ਆਲਮੋਸਟ ਉਹਨਾਂ ਨੇ ਸਾਰਾ ਕਬਜ਼ਾ ਕਰ ਲਿਆ ਸੀ, ਆਹ ਥੋੜ੍ਹਾ ਜਿਹਾ ਸਾਊਥ ਵਾਲਾ ਏਰੀਆ ਛੱਡ ਕੇ। ਇੱਥੋਂ ਤੁਸੀਂ ਹਿੰਟ ਲੈ ਲੈਣਾ, ਤੇ ਇਹ ਹੈ ਜੀ ਅਸ਼ੋਕ ਦਾ ਕਿੱਡਾ ਵੱਡਾ ਰਾਜ ਸੀ। ਓਕੇ, ਦਿੱਤਾ ਗਿਆ ਨਕਸ਼ਾ ਅਸ਼ੋਕ ਦੇ ਰਾਜ ਦੇ ਅੰਤ ਤੱਕ ਉਸ ਦੇ ਰਾਜ ਨਾਲ ਸੰਬੰਧਿਤ ਹੈ। ਅਸ਼ੋਕਾ ਈਸਾ ਤੋਂ 300 ਸਾਲ ਪਹਿਲਾਂ ਦੀ ਗੱਲਾਂ ਹੋ ਰਹੀਆਂ, ਜੋ ਕਿ ਅਸ਼ੋਕ ਮਹਾਨ ਵਜੋਂ ਜਾਣਿਆ ਜਾਂਦਾ ਹੈ। 304 ਤੋਂ 232 ਈਸਾ ਪੂਰਵ ਦੀ ਗੱਲ ਆ। ਮੌਰਿਆ ਰਾਜਵੰਸ਼ ਦਾ ਇੱਕ ਭਾਰਤੀ ਸਮਰਾਟ ਸੀ, ਜਿਸ ਨੇ 269 BC ਤੋਂ 232 BC ਤੱਕ ਭਾਰਤੀ ਉਪ ਮਹਾਦੀਪ ਉੱਤੇ ਰਾਜ ਕੀਤਾ। ਉਸ ਦਾ ਸਾਮਰਾਜ ਅਜੋਕੇ ਪਾਕਿਸਤਾਨ, ਪੱਛਮ ਵਿੱਚ ਅਫਗਾਨਿਸਤਾਨ, ਅਜੋਕੇ ਬੰਗਲਾਦੇਸ਼ ਅਤੇ ਪੂਰਬ ਵਿੱਚ ਭਾਰਤੀ ਰਾਜ ਅਸਮ ਤੱਕ ਫੈਲਿਆ ਹੋਇਆ ਸੀ, ਅਤੇ ਦੱਖਣ ਵਿੱਚ ਉੱਤਰੀ ਕੇਰਲਾ ਅਤੇ ਆਂਧਰਾ ਤੱਕ ਫੈਲਿਆ ਹੋਇਆ ਸੀ। ਠੀਕ ਹੈ ਜੀ। ਅੱਗੇ ਦੇਖੋ ਜੀ, ਫਰੋਮ ਦਾ 3rd century AD, ਹੈ ਨਾ, ਤੀਸਰੀ ਸ਼ਤਾਬਦੀ ਤੱਕ, ਈਸਾ ਤੋਂ ਬਾਅਦ ਤੀਸਰੀ ਸ਼ਤਾਬਦੀ ਤੱਕ, ਵੈਨ ਦਾ ਹੂਨ ਇਨਵੇਜ਼ਨ ਐਂਡਰ ਦਾ ਰੋਮਨ ਅੰਪਾਇਰ, ਰੋਮਨ ਅੰਪਾਇਰ ਬਹੁਤ ਵੱਡਾ ਰਾਜ ਸੀ ਜੀ, ਉਹਨੂੰ ਖਤਮ ਕਰਤਾ ਹੂਨਾਂ ਦੇ ਹਮਲਿਆਂ ਨੇ। ਓਕੇ ਜੀ, ਤਾਂ ਰੋਮਨ ਅੰਪਾਇਰ ਨਾਲ ਸਾਡਾ ਵਪਾਰ ਬੜਾ ਹੁੰਦਾ ਸੀ, ਤਾਂ ਇੰਡੀਅਨ ਮਰਚੈਂਟਸ ਰਿਲਾਈਡ ਮੋਰ ਐਂਡ ਮੋਰ ਔਨ ਦਾ, ਤਾਂ ਫਿਰ ਜਦੋਂ ਰੋਮਨ ਅੰਪਾਇਰ ਖਤਮ ਹੋ ਗਿਆ, ਕਾਫੀ ਘੱਟ ਗਿਆ, ਖਤਮ ਹੀ ਹੋ ਗਿਆ, ਤਾਂ ਫਿਰ ਸਾਡੇ ਵਪਾਰੀਆਂ ਦਾ ਵਪਾਰ ਕਿਹਨਾਂ ਨਾਲ ਜ਼ਿਆਦਾ ਹੋਣ ਲੱਗਾ। ਆਂਸਰ ਪੜ੍ਹਦੇ ਹਾਂ ਜੀ। ਅਫਰੀਕਨ ਟ੍ਰੇਡ, ਅਫਰੀਕਾ ਦਾ ਕੋਈ ਨਾ ਵਪਾਰ ਸਾਡੇ ਇੰਨੇ ਹੁੰਦੇ ਨਹੀਂ ਸੀ। ਵੈਸਟ ਯੂਰੋਪੀਅਨ ਟ੍ਰੇਡ, ਹੁਣ ਵੈਸਟ ਯੂਰੋਪ ਤੱਕ ਅਸੀਂ ਕਿੱਦਾਂ ਪਹੁੰਚੇ ਹਾਂ, ਵੈਸਟ ਯੂਰੋਪ ਤਾਂ ਸਾਡੇ ਤੋਂ ਬਹੁਤ ਦੂਰ ਆ, ਉਹਨਾਂ ਦਾ ਬਾਅਦ ਵਿੱਚ ਜਾ ਕੇ ਮਾਡਰਨ ਟਾਈਮ ਵਿੱਚ ਜਾ ਕੇ ਸਾਡੇ ਨਾਲ ਸੰਪਰਕ ਹੋਏ ਆ, ਪਹਿਲਾਂ ਇੰਨੇ ਨਹੀਂ ਸੀ। ਇਹ ਵੀ ਨਹੀਂ। ਮਿਡਲ ਈਸਟਰਨ ਟ੍ਰੇਡ, ਮਿਡਲ ਈਸਟ ਇਹ ਥੋੜ੍ਹਾ ਹੋ ਸਕਦਾ, ਕਿਉਂਕਿ ਸਾਡੇ ਭਾਰਤ ਦੇ ਲਾਗੇ ਹੀ ਆ ਜੀ, ਇਹ ਤਾਂ ਸ਼ੁਰੂ ਤੋਂ ਉਹਨਾਂ ਕਰਿਆ ਚੱਲਦਾ ਰਿਹਾ ਆ। ਤੇ ਤੁਸੀਂ ਨਕਸ਼ੇ ਦੇ ਹਿਸਾਬ ਨਾਲ ਦੇਖੋਗੇ, ਆਹ ਇੰਡੀਆ ਆ, ਆਹ ਅਫਰੀਕਾ ਆ, ਆਹ ਮਿਡਲ ਈਸਟ ਆ, ਤੇ ਆਹ ਤੁਹਾਡਾ ਕੀ ਆ, ਰੋਮਨ ਅੰਪਾਇਰ ਆ। ਹੁਣ ਰੋਮਨ ਅੰਪਾਇਰ ਨਾਲ ਗੱਲ ਖਤਮ ਹੋ ਗਈ, ਮਿਡਲ ਈਸਟ ਨਾਲ ਉਹਨਾਂ ਕੁ ਚੱਲਦਾ ਸੀ ਅਸਲ 'ਚ, ਫਿਰ ਸਾਡਾ ਵਪਾਰ ਇੱਧਰ ਨੂੰ ਚੱਲ ਪਿਆ। ਕਿੱਧਰ ਨੂੰ ਚੱਲ ਪਿਆ? ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪਾਈਨਸ, ਥਾਈਲੈਂਡ, ਸਾਡੇ ਵਿਅਤਨਾਮ ਸਾਈਡ ਜਿਹੜੇ ਦੇਸ਼ ਆ, ਇਹਨਾਂ ਨਾਲ ਚੱਲ ਗਿਆ। ਇਹਨੂੰ ਕਹਿੰਦੇ ਜੀ ਸਾਊਥ ਈਸਟ ਏਸ਼ੀਅਨ ਟ੍ਰੇਡ, ਏਸ਼ੀਆ ਦੇ ਸਾਊਥ ਈਸਟ, ਹੈ ਨਾ, ਦੱਖਣ ਪੂਰਬ ਹਿੱਸੇ ਵੱਲ ਦੇ ਦੇਸ਼, ਉਹਨਾਂ ਨਾਲ ਸਾਡਾ ਫਿਰ ਵਪਾਰ ਵੱਧ ਗਿਆ। ਰੋਮਨ ਸਾਮਰਾਜ ਨਾਲ ਥੋੜ੍ਹਾ ਘੱਟ ਗਿਆ, ਜਦੋਂ ਘੱਟ ਗਿਆ ਤਾਂ ਫਿਰ ਸਾਡੇ ਵਪਾਰੀਆਂ ਨੇ ਕਿੱਧਰ ਦਾ ਰੁਖ ਕੀਤਾ, ਸਾਊਥ ਈਸਟ ਏਸ਼ੀਅਨ ਕੰਟਰੀ ਵੱਲ ਦਾ। ਓਕੇ ਜੀ। 3 ਸਦੀ ਈਸਵੀ ਤੋਂ ਬਾਅਦ ਰੋਮਨ ਸਾਮਰਾਜ ਦਾ ਅੰਤ ਹੋ ਗਿਆ। ਇਸ ਦੌਰਾਨ ਭਾਰਤੀ ਵਪਾਰੀਆਂ ਨੇ ਦੱਖਣ ਪੂਰਬੀ ਏਸ਼ੀਆਈ ਵਪਾਰ ਤੇ ਜ਼ਿਆਦਾ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਗੱਲ ਹੋ ਗਈ। The following persons came to India at one time or another, ਆਹ ਬੰਦੇ ਭਾਰਤ ਵਿੱਚ ਆਏ ਸੀ। ਇਹਨਾਂ ਦੀ ਕਰੈਕਟ ਕ੍ਰੋਨੋਲੋਜੀਕਲ ਸੀਕੁਐਂਸ ਦੱਸੋ,
भी दसो जी, क्रोनोलॉजी दसो, पहला कौन आया सी, दूसरा कौन आया सी, तीसरा कौन आया सी। फाहीन, आई.टी. सिंह, मैगास्थनीज, ह्यूनसांग। मैगास्थनीन असीं पढ़िया, ਇਹ सम्राट अपना ਜਿਹੜਾ ਸੀ ਚੰਦਰਗੁਪਤ ਮੌਰਿਆ, ਉਹਦੇ ਦਰਬਾਰ ਵਿੱਚ ਸੀ ਜੀ ਮੈਗਾਸਤੀਨ। ਠੀਕ ਹੈ ਜੀ, ਈਸਾ ਤੋਂ ਇਹ ਹੋ ਗਿਆ ਤੁਹਾਡਾ 300 ਸਾਲ ਪਹਿਲਾਂ ਦੀ ਗੱਲਾਂ ਆ। ਠੀਕ ਹੈ ਜੀ, ਇਹ ਤਾਂ ਸਭ ਤੋਂ ਪੁਰਾਣਾ ਹੋ ਗਿਆ, ਇਹ ਮਤਲਬ ਤੀਜਾ ਪਹਿਲਾਂ ਆਉਣਾ। ਫਾਹੀਨ ਤੇ ਹਿਊਸਾਂਗ, EFGH ਅਸੀਂ ਗੱਲ ਕੀਤੀ ਸੀ ਕਿ F ਪਹਿਲਾਂ ਆਉਂਦਾ ਆ, ਠੀਕ, ਤੇ ਹਿਊਨਸਾਂਗ H ਬਾਅਦ ਚੋਂ ਆਉਂਦਾ ਆ। ਫਾਹੀਨ ਆਇਆ ਸੀ ਗੁਪਤ ਕਾਲ ਦੇ ਦੌਰਾਨ, ਤੇ ਹਿਊਨਸਾਂਗ H ਬਾਅਦ ਵਿੱਚ ਆਉਂਦਾ, ਤੇ H ਤੋਂ ਹਰਸ਼ਵਰਧਨ, ਇਹ ਆਇਆ ਸੀ ਹਰਸ਼ਵਰਧਨ ਦੇ ਟਾਈਮ। ਇਹਦਾ ਮਤਲਬ ਪਹਿਲਾਂ ਫਾਹੀਨ ਆਇਆ, ਫਿਰ ਹਿਊਨਸਾਂਗ ਆਇਆ। ਠੀਕ ਹੈ ਜੀ, ਇਹਦਾ ਮਤਲਬ ਤੀਜੇ ਤੋਂ ਬਾਅਦ ਪਹਿਲਾ ਤੇ ਫਿਰ ਚੌਥਾ, ਤੀਜੇ ਤੋਂ ਬਾਅਦ ਪਹਿਲਾ ਤੇ ਫਿਰ ਚੌਥਾ ਆ ਹੋ ਸਕਦਾ, ਤੀਜੇ ਤੋਂ ਬਾਅਦ ਪਹਿਲਾ ਤੇ ਫਿਰ ਚੌਥਾ ਆ ਹੋ ਸਕਦਾ, ਤੀਜੇ ਤੋਂ ਬਾਅਦ ਦੂਜਾ ਆ, ਤੀਜੇ ਤੋਂ ਬਾਅਦ ਪਹਿਲਾ ਨਹੀਂ ਆ ਦੋ ਕੱਟੇ ਗਏ। ਹੁਣ ਇਹਨਾਂ ਦੋਵਾਂ ਵਿੱਚੋਂ ਕੋਈ ਇੱਕ ਆਨਸਰ ਆ, ਹੁਣ ਸਾਨੂੰ ਪਤਾ ਨਹੀਂ, ਪਰ ਘੱਟੋ ਘੱਟ ਹੁਣ ਤੁਸੀਂ ਤੁੱਕਾ ਮਾਰੋਗੇ ਤਾਂ ਤੁਹਾਡੇ ਚਾਂਸ ਵੱਧ ਜਾਣੇ ਆ ਤੁੱਕੇ ਮਾਰਨ ਦੇ। 50% ਚਾਂਸ ਹੋ ਗਏ ਨਾ। ਸਮਾਂ ਚਾਰਾਂ ਵਿੱਚੋਂ ਤੁੱਕਾ ਮਾਰਨਾ ਸੀ, ਤੇ ਜਦੋਂ ਦੋਵਾਂ ਵਿੱਚ ਤੁਹਾਨੂੰ ਆਨਸਰ ਥੋੜ੍ਹਾ ਕਨਫਿਊਜ਼ਨ ਹੋਊਗੀ ਤਾਂ ਉਸ ਵੇਲੇ ਤੁਸੀਂ ਤੁੱਕਾ ਮਾਰ ਲੈਣੇ ਆ, ਕਿਉਂਕਿ ਤੁੱਕਾ ਮਾਰਨ 'ਤੇ ਤੁਹਾਡੇ 50% ਉਹ ਹੋਊਗਾ ਵੱਧ ਤੋਂ ਵੱਧ ਗਲਤ ਹੋਣ ਦੇ ਚਾਂਸ, ਪਰ ਇਹ ਆਪਣੇ ਸਹੀ ਹੋਣ ਦੇ ਚਾਂਸ ਵੀ 50% ਹੋਣੇ ਆ, ਪਰ ਨੰਬਰ ਘੱਟ ਹੋਣੇ 1/3। ਇਸ ਕਰਕੇ ਉਨਾ ਰਿਸਕ ਨਹੀਂ ਹੈਗਾ। ਜੇ ਦੋ ਤੁਹਾਨੂੰ ਪਤਾ ਲੱਗ ਗਏ ਜਾਂ ਦੋਵਾਂ 'ਚੋਂ ਇੱਕ ਚੱਕਣਾ ਹੈ ਤਾਂ ਤੁੱਕਾ ਮਾਰ ਲੈਣਾ ਤੁਸੀਂ। ਠੀਕ ਹੈ ਨਾ, ਸਮਝੇ ਨਾ ਗੱਲ ਨੂੰ, ਕਿਉਂਕਿ 50% ਤੁਹਾਡੇ ਚਾਂਸ ਹੈ ਕਿ ਸਹੀ ਹੋਣ ਦੇ, ਪਰ ਜੇ ਗਲਤ ਹੋ ਵੀ ਗਿਆ ਤਾਂ ਨੰਬਰ ਤਾਂ 1/3 ਘੱਟ ਹੋਣੇ ਨਾ। ਓਕੇ, ਇਹ ਜੀ ਹੁਣ ਇਹ ਜਿਹੜਾ I.T. ਸਿੰਘ ਸੀ ਨਾ, ਇਹ 7ਵੀਂ ਸ਼ਤਾਬਦੀ ਵਿੱਚ ਆਇਆ ਸੀ, 7ਵੀਂ ਸ਼ਤਾਬਦੀ ਵਿੱਚ ਆਇਆ ਸੀ ਇਹ ਭਾਰਤ। ਇਹਦਾ ਮਤਲਬ ਦੂਜਾ ਇਹਨਾਂ ਸਾਰਿਆਂ ਤੋਂ ਬਾਅਦ ਵਿੱਚ ਆ ਗਿਆ। ਤੀਜਾ, ਪਹਿਲਾ, ਚੌਥਾ ਤੇ ਦੂਜਾ, ਆ B ਆਨਸਰ ਆ ਜੀ, B ਆਨਸਰ ਆ। ਆਹ ਦੇਖ ਲਓ, ਫਾਹੀਨ 5ਵੀਂ ਸ਼ਤਾਬਦੀ, ਆਈ ਸਿੰਘ 7ਵੀਂ ਸ਼ਤਾਬਦੀ, ਮੈਗਾਸਤੀਨ ਈਸਾ ਤੋਂ ਪਹਿਲਾਂ ਆਇਆ ਸੀ 300 ਸਾਲ ਪਹਿਲਾਂ, ਹਿਊਸਾਂਗ ਇਹ ਵੀ 7ਵੀਂ ਸ਼ਤਾਬਦੀ। ਠੀਕ ਹੈ ਨਾ, ਪਰ ਫਿਰ ਵੀ ਹਿਊਸਾਂਗ ਪਹਿਲਾਂ ਸੀਗਾ, ਆਈ ਸਿੰਘ ਬਾਅਦ ਸੀ, ਚਾਹੇ ਦੋਨੋਂ 7ਵੀਂ ਸ਼ਤਾਬਦੀ ਵਿੱਚ ਆ। ਹਿਊਸਾਂਗ ਪਹਿਲਾਂ ਆਇਆ, ਆਈ ਸਿੰਘ ਬਾਅਦ ਵਿੱਚ। ਅੱਗੇ ਦੇਖੋ ਜੀ, which one of the following was initially the most powerful city state of India in the 6th century BC? ਜੇ 6ਵੀਂ ਸ਼ਤਾਬਦੀ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਕੀ ਸੀਗੇ, 16 ਮਹਾਜਨਪਦ ਸੀ। ਉਹ 16 ਮਹਾਜਨਪਦ ਫਿਰ ਬਾਅਦ ਵਿੱਚ ਇੱਕ ਨੇ ਦੂਜੇ ਨੂੰ ਜਿੱਤ ਲਿਆ ਕਰਦੇ ਕਰਦੇ ਐਂਡ 'ਚ ਸਾਡੇ ਕੋਲ ਰਹਿ ਗਏ 4। ਉਹ ਚਾਰਾਂ ਵਿੱਚੋਂ ਵੀ ਬਾਅਦ ਵਿੱਚ ਕਿਹੜਾ ਸ਼ਕਤੀਸ਼ਾਲੀ ਉੱਭਰਿਆ ਸੀ? ਸੌਖਾ ਪ੍ਰਸ਼ਨ ਆ ਜੀ ਇਹ, ਮਗਧ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਉੱਭਰਿਆ ਸੀ। ਪੜ੍ਹ ਲੈਂਦੇ ਜੀ। 16 ਮਹਾਜਨਪਦਾਂ ਵਿੱਚੋਂ ਮਗਧ, ਕੌਸ਼ਲ, ਵਤਸ ਅਤੇ ਅਵੰਤੀ, ਇਹ ਤੁਸੀਂ ਚਾਰ ਯਾਦ ਕਰ ਲੈਣੇ। ਮਗਧ, ਕੌਸ਼ਲ, ਵਤਸ ਅਤੇ ਅਵੰਤੀ, ਮੈਪ ਵਿੱਚ ਵੀ ਦੇਖ ਲੈਣਾ। ਇਹ ਚਾਰੇ ਵਧੇਰੇ ਸ਼ਕਤੀਸ਼ਾਲੀ ਸਨ। ਉਹ ਸਾਲਾਂ ਤੱਕ ਆਪਸ ਵਿੱਚ ਲੜਦੇ ਰਹੇ ਅਤੇ ਆਖਰਕਾਰ ਮਗਧ 6ਵੀਂ ਸ਼ਤਾਬਦੀ ਵਿੱਚ 6th century BC ਬਿਫੋਰ ਕ੍ਰਾਈਸਟ ਆ ਜੀ, ਇਹ ਬੱਬਾ ਆ, BC ਆ, ਬਿੰਬੀਸਾਰ ਦੇ ਨੇਤਰਤਵ ਵਿੱਚ ਵਿਜयी ਰਿਹਾ। ਕੌਣ ਸੀ ਜੀ ਬੰਦਾ? ਬਿੰਬੀਸਾਰ ਨੇ ਬਾਕੀਆਂ ਨੂੰ ਹਰਾਤਾ। ਤਾਂ ਬਿੰਬੀਸਾਰ ਕਿਹੜੀ ਰਾਜਵੰਸ਼ ਦਾ ਸੀ? ਹਾਰਨੈਕ ਡਾਇਨੈਸਟੀ ਦਾ ਸੀ, ਹਾਰਨੈਕ ਰਾਜਵੰਸ਼ ਦਾ ਸੀ। ਠੀਕ ਹੈ ਜੀ, ਠੀਕ ਹੈ ਜੀ। ਤੇ ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।